ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਾਖੀ ਦੇ ਵਿੱਚ ਆਪਾਂ ਚਤੌੜ ਦੀ ਰਾਣੀ ਤੇ ਰਾਣੇ ਦੀ ਕਥਾ ਪੜਾਂਗੇ ਕਿ ਕਿਵੇਂ ਚਤੌੜ ਦੀ ਰਾਣੀ ਭਗਤ ਰਵਿਦਾਸ ਜੀ ਦੀ ਚੇਲੀ ਬਣੀ। ਕੁਝ ਸਤਸੰਗੀ ਰਾਜਸਥਾਨ ਦੇ ਕਿਲਾ ਚਤੌੜ ਤੋਂ ਆਏ ਸੀ ਕਾਸ਼ੀ ਦੇ ਵਿੱਚ। ਉਹ ਜਦ ਵਾਪਸ ਗਏ ਤਾਂ ਉੱਥੋਂ ਦੀ ਧਰਮ ਲੱਗਣ ਵਾਲੀ ਰਾਣੀ ਝਾਲੀ ਨੇ ਭਗਤ ਰਵਿਦਾਸ ਜੀ ਦੀ ਮਹਿਮਾ ਸੁਣੀ। ਉਹਨਾਂ ਨੇ ਦੱਸਿਆ, ਭਗਤ ਜੀ ਨੂੰ ਪ੍ਰਤੱਖ ਦਰਸ਼ਨ ਹੋਏ ਹਨ। ਭਗਵਾਨ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ। ਗੱਲ ਕੀ, ਭਗਤ ਜੀ ਦੇ ਪ੍ਰਤਾਪ ਸੰਬੰਧ ਵਿੱਚ ਜੋ ਵੀ ਕੁਝ ਉਹਨਾਂ ਨੇ ਸੁਣਿਆ ਸੀ ਸੋ ਸੁਣਾ ਦਿੱਤਾ। ਰਾਣੀ ਦੇ ਮਨ ਵਿੱਚ ਇੱਛਾ ਹੋਈ ਕਿ ਉਹ ਭਗਤ ਜੀ ਦੇ ਦਰਸ਼ਨ ਕਰਕੇ ਜਨਮ ਸਫਲਾ ਕਰੇ। ਉਹ ਤਾਂ ਸਤ ਸੰਗਨ ਸੀ। ਉਸਨੇ ਹੁਕਮ ਕੀਤਾ, ਰਾਣੇ ਨੂੰ ਮਨਾ ਲਿਆ ਕਿ ਉਹ ਰਾਣੀ ਨੂੰ ਯਾਤਰਾ ਕਰਨ ਦੀ ਆਗਿਆ ਬਖਸ਼ ਦੇਵੇ। ਰਾਣੇ ਨੇ ਆਗਿਆ ਦਿੱਤੀ। ਰਾਣੀ ਝਾਲੀ ਬਹੁਤ ਕੁਝ ਪੂਜਾ ਦਾ ਸਮਾਨ ਦੇਣ ਵਾਸਤੇ, ਧਨ ਅਤੇ ਲੰਗਰਾਂ ਵਾਸਤੇ ਰਸਤਾ ਲੈ ਕੇ ਚਤੌੜ ਤੋਂ ਚੱਲ ਪਈ ਤੇ ਚਲਦੀ ਚਲਦੀ ਕਾਸ਼ੀ ਨਗਰੀ ਆ ਪੁੱਜੀ। ਕਾਸ਼ੀ ਨਗਰੀ ਦੀ ਮਹਿਮਾ ਸੁਣੀ ਸੀ। ਦੇਵਤਿਆਂ ਤੇ ਭਗਤਾਂ ਦੀ ਨਗਰੀ ਤੇ ਨਾਲ ਹੀ ਠੱਗ ਪੰਡਤਾਂ ਦੀ ਨਗਰੀ। ਮਾਇਆ ਦਾ ਲਾਲਚ ਪੰਡਤਾਂ ਨੂੰ ਬਹੁਤ ਸੀ। ਉਹਨਾਂ ਤਾਂ ਆਏ ਗਏ ਦੇ ਕੱਪੜੇ ਉਤਾਰਦੇ ਸਨ। ਰਾਣੀ ਝਾਲੀ ਹਾਥੀ ਤੇ ਸਵਾਰ ਹੋ ਕੇ ਜਦੋਂ ਕਾਸ਼ੀ ਦੇ ਕੋਲ ਪੁੱਜੀ ਤਾਂ ਉੱਥੇ ਅੱਗੋਂ ਰਾਜਗੁਰੂ ਰਾਜ ਪੁਰੋਹਿਤ ਮਿਲ ਗਏ। ਉਹਨਾਂ ਨੇ ਰਾਣੀ ਦੇ ਪਤੀ ਦੀ ਬੰਸ ਦਾ ਨਾਮ ਲਿਆ ਤੇ ਆਖਿਆ, ਚਲੋ ਧਰਮਸ਼ਾਲਾ ਵਿੱਚ ਵਿਸ਼ਰਾਮ ਕਰੋ, ਜਿਹੜੀ ਧਰਮਸ਼ਾਲਾ ਚਤੌੜ ਦੇ ਰਾਣੀਆਂ ਦੀ ਹੈ। ਜਦੋਂ ਆਉਂਦੇ ਹਨ ਉਹ ਉੱਥੇ ਹੀ ਠਹਿਰਦੇ ਹਨ। ਉਸ ਦੇ ਪਿੱਛੋਂ ਗੰਗਾ ਇਸ਼ਨਾਨ, ਪੂਜਾ, ਯੱਗ ਤੇ ਪੁੰਨ ਦਾਨ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ। ਹੇ ਪੰਡਤੋ, ਪਹਿਲਾਂ ਮੈਂ ਉਸ ਮੰਦਰ ਜਾਣਾ ਹੈ ਜਿੱਥੇ ਭਗਤ ਰਵਿਦਾਸ ਹੈ। ਰਾਣੀ ਝਾਲੀ ਨੇ ਪੁਰੋਹਿਤ ਨੂੰ ਉੱਤਰ ਦਿੱਤਾ, ਹੈ ਪਹਿਲਾਂ ਚਮਾਰ ਦੇ ਮੰਦਰ? ਹਰੇ ਰਾਮ ਹਰੇ ਰਾਮ, ਆਪ ਕੀ ਆਖ ਰਹੇ ਹੋ? ਕੁੱਲ ਰੀਤੀ ਅਨੁਸਾਰ ਸਭ ਤੋਂ ਪਹਿਲਾਂ ਆਪ ਨੇ ਗੰਗਾ ਦੇ ਇਸ਼ਨਾਨ ਕਰਨੇ ਹਨ। ਤੀਰਥ ਯਾਤਰਾ ਤੇ ਆਏ ਹੋ। ਇਹ ਤੁਸਾਂ ਨੂੰ ਕਿਸੇ ਨੇ ਭੁਲੇਖਾ ਪਾ ਦਿੱਤਾ ਹੈ। ਇਉਂ ਆਖ ਕੇ ਪੁਰੋਹਿਤਾਂ ਨੇ ਬੜਾ ਢਿੱਲ ਲਾਇਆ ਕਿ ਉਹ ਰਾਣੀ ਨੂੰ ਭਗਤ ਰਵਿਦਾਸ ਜੀ ਦੇ ਡੇਰੇ ਵੱਲੋਂ ਮੋੜ ਲੈਣ, ਪਰ ਨਾ ਮੋੜ ਸਕੇ। ਰਾਣੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਭਗਤ ਰਵਿਦਾਸ ਜੀ ਦਾ ਦੇਹਰਾ ਪੁੱਛ ਕੇ ਉਧਰ ਚੱਲਣ। ਕਾਸ਼ੀ ਦਾ ਬੱਚਾ ਭਗਤ ਰਵਿਦਾਸ ਜੀ ਦੇ ਨਾਮ ਤੋਂ ਜਾਣੂ ਸੀ। ਜਦੋਂ ਉਹਨਾਂ ਨੇ ਪੁੱਛਿਆ ਤਾਂ ਰਵਿਦਾਸ ਜੀ ਦੇ ਸ਼ਰਧਾਲੂ ਉਹਨਾਂ ਨੂੰ ਲੈ ਤੁਰੇ। ਭਗਤ ਜੀ ਦੇ ਉੱਚ ਮੰਦਰਾਂ ਵੱਲ ਝਾਲੀ ਚਲੀ ਗਈ। ਜਦੋਂ ਉਹ ਉੱਥੇ ਪੁੱਜੀ ਤਾਂ ਅੱਗੇ ਹਰੀ ਨਾਮ ਦਾ ਕੀਰਤਨ ਹੋ ਰਿਹਾ ਸੀ। ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਆਸਣ ਜਮਾਈ ਰਵਿਦਾਸ ਜੀ ਪ੍ਰਭ ਗੁਣ ਗਾ ਰਹੇ ਸਨ। ਉਹਨਾਂ ਦੇ ਸ਼ਰਧਾਲੂ ਕੋਲ ਬੈਠੇ ਖੜਤਾਲਾਂ ਵਜਾ ਕੇ ਸ਼ਬਦ ਕੀਰਤਨ ਕਰ ਰਹੇ ਸਨ। ਭਗਤ ਜੀ ਦੱਸਦੇ ਨੇ, ਭਾਈ, ਇਸ ਸਰੀਰ ਤੇ ਜੋ ਮਾਣ ਕਰਦੇ ਨੇ ਇਹ ਪਾਣੀ ਦੀ ਕੰਧ ਹੈ, ਹਵਾ ਦਾ ਆਸਰਾ ਹੈ, ਮਾਸ ਦਾ ਇਸ ਨੂੰ ਗਾਰਾ ਲੱਗਾ ਹੋਇਆ ਹੈ। ਹੱਡੀਆਂ, ਮਾਸ ਤੇ ਨਾੜੀਆਂ ਦਾ ਇਹ ਪਿੰਜਰਾ ਹੈ। ਇਸ ਦੇ ਪਿੰਜਰੇ ਵਿੱਚ ਪੰਛੀ ਵਸ ਰਿਹਾ ਹੈ, ਭਾਵ ਆਤਮਾ ਵਸ ਰਹੀ ਹੈ। ਭਾਈ, ਜਿਸ ਜਗਤ ਵਿੱਚ ਕੁਝ ਤੇਰਾ ਮੇਰਾ ਨਹੀਂ, ਜਿਵੇਂ ਪੰਛੀ ਸ਼ਾਮ ਨੂੰ ਆਉਂਦੇ ਤੇ ਰੁੱਖ ਉੱਤੇ ਬੈਠ ਜਾਂਦੇ ਨੇ, ਸਵੇਰ ਹੋਣ ਤੇ ਉੱਡ ਜਾਂਦੇ ਨੇ, ਅਗਲੇ ਦਿਨ ਸ਼ਾਇਦ ਕਿਸੇ ਹੋਰ ਦਰਖਤ ਉੱਤੇ ਜਾ ਬੈਠਣ, ਜਿਸ ਵਾਸਤੇ ਉਹ ਉਸ ਰੁੱਖ ਨੂੰ ਕਦੀ ਆਪਣਾ ਨਹੀਂ ਆਖਦੇ। ਇਸ ਤਰ੍ਹਾਂ ਜੀਵ ਇਸ ਸੰਸਾਰ ਤੇ ਆਉਂਦਾ ਤੇ ਚਲਿਆ ਜਾਂਦਾ ਹੈ। ਨਾ ਆਉਂਦਿਆਂ ਨਾਲ ਕੁਝ ਲਿਆਉਂਦਾ ਹੈ ਤੇ ਨਾ ਜਾਂਦਿਆਂ ਕੋਈ ਜਗਤ ਦੀ ਵਸਤੂ ਨਾਲ ਲੈ ਕੇ ਗਿਆ ਹੈ। ਸਗੋਂ ਮਿੱਟੀ ਦਾ ਸਰੀਰ ਇਹ ਵੀ ਇੱਥੇ ਹੀ ਛੱਡਣਾ ਪਿਆ। ਇਸ ਸਰੀਰ ਦੇ ਸੁੱਖਾਂ ਵਾਸਤੇ ਜੋ ਤੂੰ ਡੂੰਘੀਆਂ ਨੀਹਾਂ ਰੱਖ ਕੇ ਮੰਦਰ ਤੇ ਕਿਲੇ ਉਸਾਰ ਰਿਹਾ ਹੈ, ਇਸ ਦਾ ਲਾਭ ਕੀ? ਇਸ ਦਾ ਕੋਈ ਲਾਭ ਨਹੀਂ। ਤੇਰੇ ਵਾਸਤੇ ਤਾਂ 3.5 ਹੱਥ ਥਾਂ ਹੀ ਕਾਫੀ ਹੈ। ਉਹ ਮੂਰਖ ਬੰਦੇ, ਸੁੰਦਰ ਵਾਲ ਵਾਹ ਕੇ ਪੱਗ ਨੂੰ ਟੇਢੀ ਬੰਨ੍ਹ ਕੇ ਆਕੜ ਕੇ ਤੁਰਦਾ ਹੈ, ਪਰ ਇਹ ਕਦੀ ਸੋਚਿਆ ਹੀ ਕਿ ਇਸ ਤਨ ਨੇ ਇੱਕ ਦਿਨ ਮਿੱਟੀ ਦਾ ਢੇਰ ਹੋ ਜਾਣਾ ਹੈ। ਹੇ ਉੱਚੇ ਮੰਦਰਾਂ ਤੇ ਸ਼ੀਸ਼ ਮਹਿਲਾਂ ਵਿੱਚ ਰਹਿਣ ਵਾਲਿਓ, ਸੁੰਦਰ ਤੇ ਜੋਬਨ ਮਤਿਓ ਮੁਟਿਆਰੋ, ਰਾਮ ਨਾਮ ਤੋਂ ਬਿਨਾਂ ਜੀਵਨ ਬਾਜੀ ਹਾਰ ਜਾਵੋਗੀਆਂ। ਇਹ ਵੀ ਅਰਥ, ਉੱਚੇ ਮੰਦਰ ਅਤੇ ਸੁੰਦਰ ਇਸਤਰੀਆਂ ਵਿੱਚ ਤੂੰ ਪ੍ਰੀਤ ਕੀਤੀ, ਹਾਏ ਅਫਸੋਸ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਜੀ ਹਾਰ ਦਿੱਤੀ, ਭਾਵ ਮਨੁੱਖਾ ਜਨਮ ਗਵਾ ਲਿਆ। ਮੇਰੀ ਜਾਤ ਨੀਵੀਂ ਹੈ, ਪੱਤ ਨੀਵੀਂ ਹੈ, ਜਨਮ ਵਿੱਚ ਮਾਰਾਂ ਦੇ ਘਰ ਹੋਇਆ ਹੈ, ਜਿਨ੍ਹਾਂ ਨੂੰ ਸ਼ੁਦਰ ਤੇ ਅਛੂਤ ਆਖਿਆ ਜਾਂਦਾ ਹੈ। ਕੋਈ ਲਾਗੇ ਨਹੀਂ ਬੈਠਣ ਦਿੱਤਾ। ਫਿਰ ਵੀ ਦਾਤਾ ਬਖਸ਼ ਮਿਹਰ ਕਰ, ਮੈਂ ਤੇਰੀ ਸ਼ਰਨ ਆ ਡਿੱਗਾ ਹਾਂ, ਤੇਰੇ ਬਿਨਾਂ ਮੇਰਾ ਕੋਈ ਨਹੀਂ ਰਾਮ। ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖੋਂ ਬਾਣੀ ਸੁਣਦੇ ਸਾਰ ਰਾਣੀ ਦੇ ਕਪਾਟ ਖੁੱਲ੍ਹ ਗਏ। ਉਸ ਦੀ ਆਤਮਾ ਸੁਰਜੀਤ ਹੋ ਗਈ। ਉਸ ਨੇ ਮਨ ਹੀ ਮਨ ਸੋਚਿਆ ਕਿ ਚੰਗਾ ਹੋ ਗਿਆ,
ਛੋਟੀ ਉਮਰ ਵਿੱਚ ਹੀ ਭਗਤੀ ਮਾਰਗ ਵੱਲ ਤੁਰ ਪਈ ਹਾਂ। ਸ਼ਾਹੀ ਮੰਦਰਾਂ ਵਿੱਚ ਰਾਮ ਨਾਮ ਤੋਂ ਬਿਨਾਂ ਰਹਿਣਾ ਬੇਅਰਥ ਹੈ। ਰਾਮ ਸਿਮਰਨ ਵਾਸਤੇ ਉਹ ਤੜਪੀ। ਜਦੋਂ ਕੀਰਤਨ ਹੋ ਗਿਆ ਤਾਂ ਰਾਣੀ ਚਾਲੀ ਰਵਿਦਾਸ ਜੀ ਦੇ ਚਰਨੀ ਡਿੱਗ ਕੇ ਅਰਜ਼ੋਈ ਕਰਨ ਲੱਗੀ, ਹੇ ਪ੍ਰਭੂ, ਹੇ ਨਾਥ, ਮੇਰੇ ਤੇ ਕਿਰਪਾ ਕਰੋ। ਮੈਨੂੰ ਸ਼ਰਨ ਲਾ ਕੇ ਭਗਤੀ ਮਾਰਗ ਤੇ ਤੁਰਨ ਦਾ ਵੱਲ ਦੱਸੋ। ਮੈਂ ਪਾਪਨ ਨੇ ਮਨੁੱਖਾ ਜਨਮ ਦਾ ਮੁੱਲ ਨਹੀਂ ਜਾਣਿਆ। ਜੀਵਨ ਦੇ ਜਿੰਨੇ ਦਿਨ ਗਵਾਏ ਨੇ ਬੇਅਰਥ ਗਵਾਏ ਨੇ। ਮੈਨੂੰ ਆਪਣੀ ਚੇਲੀ ਬਣਾਓ। ਮੈਂ ਸੇਵਾ ਕਰਾਂਗੀ, ਸਿਮਰਨ ਕਰਾਂਗੀ, ਰਾਮ ਨਾਮ ਉੱਤੋਂ ਰਾਜ ਤੇ ਦੁਨਿਆਵੀ ਸੁੱਖ ਵਾਰ ਦਿਆਂਗੀ। ਮੈਂ ਅਜੇ ਤੱਕ ਕਿਸੇ ਕੋਲੋਂ ਨਾਮ ਜਪਣ ਦੀ ਜੁਗਤੀ ਨਹੀਂ ਸੁਣੀ। ਆਪਣਾ ਚਰਨਾਮ੍ਰਿਤ ਬਖਸ਼ੋ, ਮਿਹਰ ਕਰੋ ਪ੍ਰਭ, ਭਗਤੀ ਦਾਨ ਬਖਸ਼ਿਓ। ਇਉਂ ਅਰਜ਼ਾ ਕਰਦੀ ਰਹੀ। ਰਾਣੀ ਚਾਲੀ ਦੀ ਅਰਜ਼ੋਈ ਪ੍ਰਵਾਨ ਹੋ ਗਈ। ਰਵਿਦਾਸ ਜੀ ਨੇ ਉਸ ਨੂੰ ਆਪਣੀ ਚੇਲੀ ਬਣਾ ਲਿਆ। ਰਾਣੀ ਤੀਰਥ ਯਾਤਰਾ ਵਾਸਤੇ ਜਿੰਨਾ ਧਨ ਤੇ ਕੱਪੜਾ ਲਿਆਈ ਸੀ ਉਹ ਸਾਰਾ ਰਵਿਦਾਸ ਜੀ ਦੇ ਚਰਨਾਂ ਉੱਤੇ ਰੱਖ ਕੇ ਮੱਥਾ ਟੇਕ ਦਿੱਤਾ। ਆਤਮਾ ਸ਼ਾਂਤ ਹੋ ਗਈ, ਸਾਰੀ ਭਟਕਣਾ ਮਿਟ ਗਈ। ਹਰੀ ਨਾਮ ਜਪਣ ਲੱਗੀ। ਨਿਰਾ ਜਪਣ ਹੀ ਨਾ ਲੱਗੀ, ਸਗੋਂ ਖੜਤਾਲਾਂ ਛੈਣੇ ਹੱਥ ਫੜ ਕੇ ਰਵਿਦਾਸ ਜੀ ਦੀ ਬਾਣੀ ਨੂੰ ਗਾਉਣ ਲੱਗੀ। ਇਸਤਰੀ ਸੀ, ਗਲਾ ਰਸੀਲਾ ਸੀ, ਆਤਮਾ ਵਿੱਚ ਭਗਤੀ ਦਾ ਜੋਸ਼ ਸੀ। ਉਹ ਜਦੋਂ ਬਾਣੀ ਗਾਉਂਦੀ ਤਾਂ ਪੰਛੀਆਂ ਨੂੰ ਕੀਲ ਕੇ ਅਸਮਾਨੋਂ ਸੁੱਟੀ ਜਾਂਦੀ। ਰਾਮ ਨਾਮ ਸਿਮਰਨ ਦੇ ਬਲ ਨੇ ਸੱਚਮੁੱਚ ਉਸ ਨੂੰ ਝੱਲੀ ਕਰ ਦਿੱਤਾ। ਸਾਰੇ ਕਾਸ਼ੀ ਵਿੱਚ ਚਰਚਾ ਛਿੜ ਪਈ ਕਿ ਚਿਤੌੜਗੜ੍ਹ ਨਰੇਸ਼ ਦੀ ਰਾਣੀ ਚਾਲੀ ਬਾਈ ਰਵਿਦਾਸ ਜੀ ਦੀ ਚੇਲੀ ਬਣ ਗਈ ਹੈ। ਹਰ ਕੀਰਤਨ ਕਰਨ ਵਿੱਚ ਰੁੱਝ ਗਈ ਹੈ। ਉਸ ਨੇ ਗਰੀਬੀ ਵੇਸ਼ ਧਾਰਨ ਕਰ ਲਿਆ, ਖੜਤਾਲਾਂ ਹੱਥ ਵਿੱਚ ਲੈ ਲਈਆਂ। ਉਸ ਦੇ ਹਰ ਕੀਰਤਨ ਵਿੱਚ ਵੈਰਾਗ ਤੇ ਪ੍ਰੇਮਾ ਭਗਤੀ ਦਾ ਬੇਅੰਤ ਪ੍ਰਕਾਸ਼ ਹੁੰਦਾ ਹੈ। ਮਹੀਨਾ ਹੋ ਗਿਆ ਰਾਣੀ ਚਾਲੀ ਬਾਈ ਨੂੰ ਕਾਸ਼ੀ ਵਿੱਚ ਰਹਿੰਦਿਆਂ। ਉਸ ਨੇ ਗੰਗਾ ਇਸ਼ਨਾਨ ਵੀ ਕੀਤਾ, ਮੰਦਰਾਂ ਦੇ ਦਰਸ਼ਨ ਵੀ ਕੀਤੇ, ਪਰ ਗੁਰੂ ਰਵਿਦਾਸ ਤੋਂ ਬਿਨਾਂ ਕਿਸੇ ਥਾਂ ਸ਼ਰਧਾ ਧਾਰਨ ਨਾ ਕੀਤੀ। ਉਸ ਨੇ ਬ੍ਰਾਹਮਣਾਂ ਦੀ ਪਰਵਾਹ ਨਾ ਕੀਤੀ ਤੇ ਸਾਰੀ ਦੌਲਤ ਜੋ ਪੁੰਨ ਦਾਨ ਵਾਸਤੇ ਲਿਆਈ ਸੀ ਉਹ ਰਵਿਦਾਸ ਜੀ ਦੇ ਲੰਗਰ ਵਿੱਚ ਖਰਚ ਕਰ ਦਿੱਤੀ। ਉਸ ਦੇ ਮਨ ਨੂੰ ਸ਼ਾਂਤੀ ਆ ਗਈ। ਉਹ ਰਾਣੀ ਬਣ ਆਈ ਸੀ ਤੇ ਸੰਤਨੀ ਬਣ ਕੇ ਆਪਣੇ ਰਾਜ ਵੱਲ ਮੁੜ ਪਈ। ਉਸ ਦੇ ਚਿਹਰੇ ਉੱਤੇ ਰੱਬੀ ਪਖਾਅ ਆ ਗਿਆ। ਜਿਹੜਾ ਵੀ ਦਰਸ਼ਨ ਕਰਦਾ ਉਸ ਦਾ ਮਨ ਸ਼ਾਂਤ ਹੋ ਜਾਂਦਾ। ਰਾਹ ਵਿੱਚ ਹਰ ਪੜਾਅ ਉੱਤੇ ਹਰੀ ਕੀਰਤਨ ਦੀਆਂ ਮੰਡਲੀਆਂ ਕਰਦੀ ਹੋਈ ਚਿਤੌੜ ਪੁੱਜੀ। ਉਸ ਦੀਆਂ ਦਾਸੀਆਂ, ਨੌਕਰ ਸਭ ਸ਼ਰਧਾਲੂ ਭਗਤ ਬਣ ਗਏ। ਕੀਰਤਨ ਕਰਨ ਲੱਗੇ। ਖੜਤਾਲਾਂ ਤੇ ਹੋਰ ਸਾਜ਼ ਖਰੀਦੇ ਗਏ। ਰਾਣੀ ਚਿਤੌੜ ਦੇ ਇਤਿਹਾਸਕ ਕਿਲੇ ਵਿੱਚ ਚਲੀ ਗਈ। ਉਸ ਨੇ ਆਪਣੇ ਮਹਿਲ ਦਾ ਇੱਕ ਹਿੱਸਾ ਸੁੰਦਰ ਰੂਪ ਬਣਾ ਦਿੱਤਾ। ਹਰ ਰੋਜ਼ ਸਤਸੰਗ ਹੋਣ ਲੱਗਾ। ਹਰੀ ਕੀਰਤਨ ਨਾਲ ਮਹਿਲ ਗੂੰਜਣ ਲੱਗੇ। ਪਾਪੀ ਆਤਮਾ ਕਾਸ਼ੀ ਦੇ ਬ੍ਰਾਹਮਣਾਂ ਨੂੰ ਬਹੁਤ ਦੁੱਖ ਹੋਇਆ ਕਿ ਚਾਲੀ ਰਾਣੀ ਨੇ ਧਨ ਪਦਾਰਥ ਉਹਨਾਂ ਦੀ ਭੇਂਟ ਨਹੀਂ ਕੀਤੇ। ਇੱਕ ਚਮਾਰ ਦੀ ਚੇਲੀ ਬਣ ਕੇ ਉਸ ਨੂੰ ਸਭ ਕੁਝ ਸੌਂਪ ਗਈ। ਉਹ ਇਕੱਠੇ ਹੋ ਕੇ ਰਾਣਾ ਚਿਤੌੜ ਕੋਲੇ ਪਹੁੰਚੇ। ਰਾਣੇ ਨਾਲ ਮੁਲਾਕਾਤ ਹੋਈ ਤਾਂ ਪੰਡਤਾਂ ਨੇ ਨਿਉਂ ਕੇ ਰੋਣਾ ਸ਼ੁਰੂ ਕਰ ਦਿੱਤਾ। ਮਹਾਰਾਜ ਹਨੇਰ ਹੋ ਗਿਆ। ਰਾਜੇ ਧਰਮ ਤੇ ਪ੍ਰਜਾ ਦੇ ਰਾਖੇ ਹੁੰਦੇ ਨੇ। ਧਰਮ ਦੀ ਮਰਿਆਦਾ ਨੂੰ ਜੇ ਪ੍ਰਤਾਪੀ ਭਾਰਤ ਦੇ ਰਾਜੇ ਹੀ ਤੋੜਨ ਲੱਗ ਪਏ ਤਾਂ ਧਰਮ ਕਿਵੇਂ ਬਚੇਗਾ? ਹਿੰਦੂ ਸੰਸਕ੍ਰਿਤੀ ਦਾ ਬੇੜਾ ਗਰਕ ਹੀ ਹੋ ਜਾਏਗਾ। ਰਾਣਾ, ਮੈਂ ਆਪ ਲੋਕਾਂ ਦਾ ਭਾਵ ਨਹੀਂ ਸਮਝ ਸਕਿਆ। ਸਿੱਧੀ ਗੱਲ ਦੱਸੋ, ਗੁੰਝਲਾਂ ਨਾਲ ਸਮਝਾਉਣ ਦੀ ਲੋੜ ਨਹੀਂ। ਪੰਡਤ ਕਹਿਣ ਲੱਗੇ, ਮਹਾਰਾਜ, ਸਿੱਧੀ ਗੱਲ ਇਹ ਹੈ ਕਿ ਆਪ ਜੀ ਦੀ ਰਾਣੀ ਚਾਲੀ ਬਾਈ ਤੀਰਥ ਯਾਤਰਾ ਨੂੰ ਗਈ ਸੀ। ਕਾਸ਼ੀ ਦੇ ਰਹਿਣ ਵਾਲੇ ਚਮਾਰ ਰਵਿਦਾਸ ਨੂੰ ਆਪਣਾ ਗੁਰੂ ਧਾਰਨ ਕਰ ਆਈ ਹੈ। ਸਾਰੇ ਤੀਰਥਾਂ ਉੱਤੇ ਦਾਨ ਕਰਨ ਵਾਸਤੇ ਜੋ ਪਦਾਰਥ ਨਾਲ ਖੜੇ ਸੀ ਉਹ ਇਕੱਲੇ ਚਮਾਰ ਦੀ ਹੀ ਭੇਟ ਕਰਕੇ ਆਈ ਹੈ। ਇਹ ਹਨੇਰ ਹੈ। ਰਾਣੀ ਨੇ ਇੱਕ ਤਾਂ ਪੁਰਾਤਨ ਬਜ਼ੁਰਗਾਂ ਦੀ ਚਲਾਈ ਮਰਿਆਦਾ ਨੂੰ ਭੰਗ ਕੀਤਾ ਹੈ, ਦੂਸਰਾ ਉੱਚੀ ਕੁੱਲ ਦੀ ਰਾਜਕੁਮਾਰੀ ਤੇ ਚਿਤੌੜ ਰਾਜ ਦੀ ਪਟਰਾਣੀ ਹੋ ਕੇ ਇੱਕ ਚਮਾਰ ਨੂੰ ਗੁਰੂ ਬਣਾਉਣਾ ਧਰਮ ਨਾਲ ਮਖੌਲ ਕਰਨਾ ਹੈ। ਐਸੀ ਗੱਲ ਕਦੀ ਨਹੀਂ ਹੋਈ। ਚਮਾਰ ਦੇ ਲੰਗਰ ਵਿੱਚੋਂ ਪ੍ਰਸ਼ਾਦ ਛਕ ਕੇ ਅਤੇ ਚਰਨਾਮ੍ਰਿਤ ਪੀ ਕੇ ਜਨਮ ਭ੍ਰਿਸ਼ਟ ਕਰ ਬੈਠੀ ਹੈ। ਇਸ ਬਦਲੇ ਰਾਣੀ ਨੂੰ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ, ਨਹੀਂ ਤੇ ਕੁੱਲ ਨਾਸ ਹੋਣ ਦਾ ਡਰ ਹੈ। ਸਾਰੇ ਦੇਵਤੇ ਕਰੋਪ ਵਿੱਚ ਹਨ। ਅਸੀਂ ਕਾਸ਼ੀ ਦੇ ਸਾਰੇ ਵਿਦਵਾਨਾਂ ਤੇ ਗੁਰੂਆਂ ਵੱਲੋਂ ਪ੍ਰਤੀਨਿਧ ਹੋ ਕੇ ਆਏ ਹਾਂ। ਸਭ ਬੁਰਾ ਮਨਾਉਂਦੇ ਨੇ। ਰਾਣੀ ਚਾਲੀ ਨੇ ਉਸ ਨੂੰ ਗੁਰੂ ਧਾਰਨ ਕਰਨ ਦੀ ਸਾਖੀ ਨਹੀਂ ਸੀ ਸੁਣਾਈ। ਪੰਡਤਾਂ ਕੋਲੋਂ ਇਹ ਗੱਲ ਸੁਣ ਕੇ ਉਹ ਤੜਪ ਉੱਠਿਆ। ਉਸ ਵੇਲੇ ਦੀਵਾਨ ਖਾਨੇ ਵਿੱਚੋਂ ਉੱਠ ਕੇ ਰਾਣੀ ਦੇ ਮਹਿਲ ਨੂੰ ਗਿਆ। ਅੱਗੇ ਰਾਣੀ ਹਰੀ ਕੀਰਤਨ ਵਿੱਚ ਮਗਨ ਸੀ। ਉਹ ਰਵਿਦਾਸ ਜੀ ਦਾ ਇਹ ਸ਼ਬਦ ਗਾਇਨ ਕਰ ਰਹੀ ਸੀ ਅਤੇ ਉਸ ਦੇ ਚਿਹਰੇ ਉੱਤੇ ਅਨੋਖਾ ਹੀ ਨੂਰ ਸੀ। ਉਹ ਰੱਬ ਦੇ ਨਾਲ ਸੁਰਤ ਜੋੜੀ ਬੈਠੀ ਸੀ। ਭਗਵਾਨ ਦੇ ਅਸਥਾਨ ਦਾ ਨਾਮ ਬੇਗਮਪੁਰਾ ਹੈ, ਭਾਵ ਕਿ ਉੱਥੇ ਨਾ ਕੋਈ ਫਿਕਰ ਹੈ, ਨਾ ਗਮ,
ਕਸ਼ਟ ਤੇ ਨਾ ਕਿਸੇ ਨੂੰ ਮਾਮਲਾ ਦੇਣਾ ਪੈਂਦਾ ਹੈ। ਕੋਈ ਉੱਥੇ ਡਰਦਾ ਨਹੀਂ ਤੇ ਨਾ ਕਿਸੇ ਨੂੰ ਕੋਈ ਪੀੜ ਹੁੰਦੀ ਹੈ। ਸੁੱਖ ਦੁੱਖ ਸ਼ਾਂਤੀ ਦਾ ਰਾਜ ਹੈ। ਹੁਣ ਮੈਨੂੰ ਚੰਗੇ ਦੇਸ਼ ਵਿੱਚ ਘਰ ਮਿਲਿਆ ਹੈ। ਉੱਥੇ ਸੱਤੇ ਖੈਰਾ ਹਨ। ਉੱਥੋਂ ਪਾਤਸ਼ਾਹੀ ਬਦਲਦੀ ਨਹੀਂ। ਉਹ ਅਮਰ ਪਾਤਸ਼ਾਹੀ ਹੈ। ਪਹਿਲਾ ਦੂਜਾ ਤੇ ਤੀਜਾ ਪਾਤਸ਼ਾਹ ਨਹੀਂ ਆਉਂਦਾ। ਪਰਮਾਤਮਾ ਦੀ ਭਗਤੀ ਵਾਲੇ ਪੂੰਜੀ ਪਤ ਉੱਥੇ ਬਹੁਤ ਰਹਿੰਦੇ ਨੇ। ਉਸ ਸ਼ਹਿਰ ਵਿੱਚ ਜਿਵੇਂ ਕਿਸੇ ਨੂੰ ਭਾਵੇਂ ਤਿਵੇਂ ਉਹ ਤੁਰੇ ਫਿਰੇ ਰੋਕ ਕੋਈ ਨਹੀਂ। ਜੋ ਪਰਮਾਤਮਾ ਦੇ ਭੇਤੀ ਹਨ ਉਹਨਾਂ ਵਾਸਤੇ ਖੁੱਲ੍ਹ ਹੈ। ਰਵਿਦਾਸ ਜੀ ਨੇ ਤਾਂ ਸਾਰਿਆਂ ਤੋਂ ਮੁਕਤੀ ਦਾ ਰਸਤਾ ਲੱਭਿਆ ਹੈ। ਸਭ ਨੂੰ ਆਖਿਆ ਮੇਰੇ ਭਾਈ ਹੋ। ਰਾਣੀ ਨੇ ਸ਼ਬਦ ਪੜ੍ਹਨਾ ਬੰਦ ਕੀਤਾ, ਅਰਦਾਸ ਕੀਤੀ ਤੇ ਕੁਦਰਤੀ ਪਿੱਛੇ ਮੁੜ ਕੇ ਵੇਖਿਆ ਤਾਂ ਉਸਦੇ ਪਤੀ ਦੇਵ ਰਾਣਾ ਹੀ ਖਲੋਤੇ ਸਨ। ਉਹ ਉੱਠ ਬੈਠੀ, ਪਤੀ ਦੇ ਚਰਨਾਂ ਨੂੰ ਹੱਥ ਲਾਇਆ ਤੇ ਉਹਨਾਂ ਵੱਲ ਤੱਕਿਆ। ਪਤੀ ਦੇ ਚਿਹਰੇ ਦੇ ਬਦਲੇ ਰੰਗ ਤੋਂ ਸ਼ੱਕ ਪਿਆ। ਦਾਸੀ ਪਾਸੋਂ ਕੀ ਭੁੱਲ ਹੋ ਗਈ ਹੈ? ਸੁਣਿਆ ਹੈ ਤੁਸੀਂ ਜਦੋਂ ਕਾਸ਼ੀ ਗਏ ਸੀ ਤਦੋਂ ਰਵਿਦਾਸ ਚਮਾਰ ਨੂੰ ਆਪਣਾ ਗੁਰੂ ਧਾਰਨ ਕੀਤਾ ਹੈ। ਕੀ ਇਹ ਗੱਲ ਠੀਕ ਹੈ? ਰਾਣੇ ਨੇ ਉਸ ਤੋਂ ਪੁੱਛਿਆ। ਸਵਾਮੀ ਜੀ, ਜੋ ਕੁਝ ਤੁਸੀਂ ਸੁਣਿਆ ਹੈ ਉਹ ਠੀਕ ਹੈ। ਭਗਤ ਰਵਿਦਾਸ ਜੀ ਇਸ ਵੇਲੇ ਵੱਡੇ ਭਗਤ ਹਨ। ਉਹਨਾਂ ਦਾ ਜਸ ਸਾਰੇ ਕਰ ਰਹੇ ਹਨ। ਉਹਨਾਂ ਦਾ ਆਖਾ ਪਰਮਾਤਮਾ ਵੀ ਮੰਨਦਾ ਹੈ। ਰਾਣੀ ਚਾਲੀ ਬਾਈ ਨੇ ਧੀਰਜ ਨਾਲ ਉੱਤਰ ਦਿੱਤਾ। ਉਹ ਨਿਰਭੈ ਸੀ। ਉਸਦੀਆਂ ਅੱਖਾਂ ਅੱਗੇ ਭਗਤ ਰਵਿਦਾਸ ਜੀ ਦੀ ਤਸਵੀਰ ਸੀ। ਰਾਣੇ ਨੇ ਆਖਿਆ, ਇਹ ਗੱਲ ਤਾਂ ਮਾੜੀ ਹੋਈ। ਐਸਾ ਨਹੀਂ ਸੀ ਹੋਣਾ ਚਾਹੀਦਾ। ਫਿਰ ਰਾਣੀ ਨੇ ਕਿਹਾ, ਸਵਾਮੀ ਜੀ ਕੀ ਮਾੜਾ ਹੋ ਗਿਆ? ਰਾਣੇ ਨੇ ਕਿਹਾ, ਭਾਵੇਂ ਭਗਤ ਹੈ ਪਰ ਹੈ ਤਾਂ ਸ਼ੂਦਰ। ਨੀਵੀਂ ਜਾਤ ਵਿੱਚ ਤੁਸੀਂ ਰਾਜਪੂਤ ਕੁਲ ਰੀਤ ਦਾ ਪ੍ਰੋਹਤ ਅਥਵਾ ਬ੍ਰਾਹਮਣ ਨੂੰ ਗੁਰੂ ਧਾਰਨ ਕਰਨ ਪ੍ਰਥਾ ਗੁਰੂ ਧਾਰਨ ਕਰਨ ਦੀ ਹੈ। ਤੁਸਾਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਰਾਣੀ ਨੇ ਕਿਹਾ, ਸਵਾਮੀ ਜੀ, ਭਗਵਾਨ ਦੇ ਘਰ ਜਾਤ ਪਾਤ ਨਹੀਂ ਸੋਚੀ ਜਾਂਦੀ। ਭਗਵਾਨ ਦੇ ਰਚੇ ਜੀਵ ਸਾਰੇ ਇੱਕੋ ਸਮਾਨ ਹਨ। ਰਾਣੇ ਨੇ ਕਿਹਾ, ਤੁਸਾਨੂੰ ਪ੍ਰਾਸ਼ਚਿਤ ਕਰਨਾ ਪਵੇਗਾ। ਪੰਡਤ ਆਖਦੇ ਹਨ ਐਸਾ ਕਰਮ ਹੀ ਹੋਏਗਾ। ਰਾਣੀ ਜੀ, ਪ੍ਰਜਾ ਵਿੱਚ ਰੌਲਾ ਹੈ। ਰਾਣੀ ਨੇ ਕਿਹਾ, ਨਹੀਂ, ਮੈਂ ਪ੍ਰਾਸ਼ਚਿਤ ਨਹੀਂ ਕਰਾਂਗੀ। ਮੈਂ ਕੋਈ ਮਾੜਾ ਕਰਮ ਨਹੀਂ ਕੀਤਾ। ਸਭ ਮਨੁੱਖ ਹੀ ਭਗਵਾਨ ਅੰਸ਼ ਹਨ। ਰਾਣਾ ਜੀ, ਇਹ ਪੰਡਤ ਝੂਠੇ ਤੇ ਲਾਲਚੀ ਹਨ। ਇਹਨਾਂ ਨੂੰ ਦਾਨ ਨਹੀਂ ਮਿਲਿਆ। ਰਵਿਦਾਸ ਵੱਡਾ ਭਗਤ ਹੈ। ਪ੍ਰੀਖਿਆ ਵਿੱਚ ਪਾਸ ਹੋਇਆ ਸੀ। ਗੰਗਾ ਪਾਰ ਤੋਂ ਪੱਥਰ ਦੀਆਂ ਮੂਰਤਾਂ ਉਸੇ ਦੀ ਗੋਦ ਵਿੱਚ ਆਈਆਂ ਸਨ। ਬ੍ਰਾਹਮਣਾਂ ਉੱਤੇ ਭਗਵਾਨ ਖੁਸ਼ ਨਹੀਂ ਸੀ। ਕੀ ਹੋ ਗਿਆ? ਰਵਿਦਾਸ ਦਾ ਜੀਵਨ ਨੀਚ ਜਾਤੀ ਦੇ ਘਰ ਵਿੱਚ ਹੋਇਆ ਹੈ ਪਰ ਉਸਨੇ ਭਗਤੀ ਕਰਕੇ ਤਾਂ ਆਪਣੇ ਆਪ ਨੂੰ ਸਵਰਨ ਬਣਾ ਲਿਆ ਹੈ। ਸੋਨੇ ਨੂੰ ਮੈਲ ਨਹੀਂ ਲੱਗਦੀ। ਉਹ ਭਾਵੇਂ ਗੰਦੀਆਂ ਨਾਲੀਆਂ ਵਿੱਚ ਪਿਆ ਰਹੇ। ਸੋਨੇ ਦੀ ਡਲੀ ਵੱਲ ਵੇਖਣਾ ਹੈ, ਗੰਦ ਵੱਲ ਨਹੀਂ ਤੱਕਣਾ। ਸਵਾਮੀ ਜੀ, ਪੰਡਤ ਤੁਸਾਨੂੰ ਭੁਲੇਖੇ ਨਾਲ ਠੱਗਣ ਆਏ ਨੇ। ਲਾਲਚੀ ਹਨ। ਉਹਨਾਂ ਨੂੰ ਰੁਪਏ ਦੇ ਦਿਓ, ਸੋਨਾ ਦਾਨ ਕਰ ਦਿਓ। ਕਾਸ਼ੀ ਵਿੱਚ ਭਗਵਾਨ ਪੰਡਤਾਂ ਕੋਲ ਨਹੀਂ, ਮੈਂ ਦੇਖ ਆਈ ਹਾਂ। ਉਹ ਤਾਂ ਰਵਿਦਾਸ ਗੁਰੂ ਕੋਲ ਹੈ। ਉਹਨਾਂ ਮੈਨੂੰ ਸੱਚੀ ਭਗਤੀ ਦਾ ਮਾਰਗ ਦੱਸਿਆ, ਭਗਵਾਨ ਦੇ ਬਹੁਤ ਨੇੜੇ ਕੀਤਾ। ਮੇਰਾ ਭਗਵਾਨ ਮੈਨੂੰ ਰੋਜ਼ ਦਰਸ਼ਨ ਦਿੰਦਾ ਹੈ। ਮੈਂ ਰਵਿਦਾਸ ਜੀ ਦੀ ਨਿੰਦਾ ਨਹੀਂ ਸੁਣ ਸਕਦੀ। ਜਾਓ, ਇਹਨਾਂ ਨੂੰ ਕਹਿ ਦਿਓ, ਲੋਕਾਂ ਨੂੰ ਆਖ ਦਿਓ, ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿਓ ਕਿ ਰਾਣੀ ਚਾਲੀ ਰਵਿਦਾਸ ਦੀ ਚੇਲੀ ਹੈ। ਉਸ ਆਸਰੇ ਭਗਵਾਨ ਦੇ ਦਰਸ਼ਨ ਕਰਦੀ ਹੈ। ਪਿਛਲੇ ਵਾਕ ਰਾਣੀ ਚਾਲੀ ਨੇ ਕ੍ਰੋਧ ਤੇ ਜੋਸ਼ ਨਾਲ ਆਖੇ। ਉਹਦਾ ਤਨ ਕੰਬਣ ਲੱਗ ਪਿਆ। ਅੱਖਾਂ ਵਿੱਚ ਚੰਡੀ ਵਰਗੀ ਜਵਾਲਾ ਚਮਕੀ। ਬਾਹਾਂ ਆਕੜ ਗਈਆਂ। ਰਾਣੀ ਦੀ ਸੱਚੀ ਭਗਤੀ ਅੱਗੇ ਰਾਣਾ ਬੋਲ ਨਾ ਸਕਿਆ। ਉਸਨੇ ਨੀਵੀਂ ਪਾ ਲਈ। ਉਸਦਾ ਗੁੱਸਾ ਠੰਡਾ ਹੋ ਗਿਆ। ਦੂਸਰਾ, ਉਹ ਰਾਣੀ ਨਾਲ ਬਹੁਤ ਪਿਆਰ ਕਰਦਾ ਸੀ। ਰਾਣੀ ਦੇ ਵਿਰੁੱਧ ਹੋਣਾ ਉਹਦੇ ਵਾਸਤੇ ਵੀ ਸੌਖਾ ਨਹੀਂ ਸੀ। ਉਹ ਬੜੀ ਸੁੰਦਰ, ਜਵਾਨ ਤੇ ਮਿੱਠ ਬੋਲੀ ਸੀ। ਰਾਣਾ ਇਕੱਲਾ ਪਿੱਛੇ ਮੁੜਨ ਲੱਗਾ ਤਾਂ ਰਾਣੀ ਨੇ ਆਖਿਆ, ਠਹਿਰੋ, ਮੈਂ ਵੀ ਨਾਲ ਚੱਲਦੀ ਹਾਂ। ਮੈਂ ਆਪ ਪੰਡਤਾਂ ਨੂੰ ਦੱਸਦੀ ਹਾਂ ਕਿ ਉਹ ਕਿਹੜਾ ਮੂੰਹ ਲੈ ਕੇ ਭਗਤ ਰਵਿਦਾਸ ਜੀ ਦੀ ਵਿਰੋਧਤਾ ਕਰਦੇ ਫਿਰਦੇ ਹਨ। ਉਸ ਵੇਲੇ ਰਾਣੀ ਨਾਲ ਤੁਰ ਪਈ। ਰਾਣੇ ਦੇ ਆਖਣ ਤੇ ਵੀ ਨਾ ਰੁਕੀ। ਦੋਵੇਂ ਉਸ ਅਸਥਾਨ ਉੱਤੇ ਆ ਗਏ ਜਿੱਥੇ ਪੰਡਤ ਬੈਠੇ ਸਨ। ਝਰੋਖੇ ਵਿੱਚ ਖਲੋ ਕੇ ਪੜ੍ਹਦੇ ਓਲੇ ਰਾਣੀ ਨੇ ਪੰਡਤਾਂ ਨੂੰ ਆਖਿਆ, ਪੰਡਤੋ, ਕੀ ਤੁਸਾਨੂੰ ਇਹ ਦੁੱਖ ਹੈ ਕਿ ਮੈਂ ਸਾਰਾ ਧਨ ਪਦਾਰਥ ਭਗਤ ਰਵਿਦਾਸ ਜੀ ਦੇ ਹਵਾਲੇ ਕਰ ਦਿੱਤਾ ਤੇ ਤੁਹਾਨੂੰ ਦਾਨ ਨਹੀਂ ਦਿੱਤਾ? ਤੁਸਾਨੂੰ ਦੱਖਣਾ ਦੀ ਮਾਇਆ ਚਾਹੀਏ, ਨਵੇਂ ਬਸਤਰ, ਹੋਰ ਕੁਝ ਦੱਸੋ। ਪੰਡਤ, ਹਾਂ ਠੀਕ ਹੈ, ਸਾਨੂੰ ਦਾਨ ਮਿਲਣਾ ਚਾਹੀਦਾ ਸੀ, ਉਹ ਮਿਲੇ। ਰਾਣੀ ਨੇ ਕਿਹਾ, ਹੋਰ ਤਾਂ ਗੁੱਸਾ ਨਹੀਂ? ਫਿਰ ਤੁਸੀਂ ਰਾਜੀ ਹੋ? ਪੰਡਤ ਬੋਲੇ, ਨਹੀਂ, ਹੋਰ ਸਾਨੂੰ ਕੋਈ ਗੁੱਸਾ ਨਹੀਂ ਹੈ। ਦਾਨ ਲੈਣ ਦਾ ਸਾਡਾ ਹੱਕ ਹੈ, ਸੋ ਸਾਨੂੰ ਮਿਲਣਾ ਚਾਹੀਦਾ ਹੈ। ਗੁਰੂ ਭਾਵੇਂ ਕਿਸੇ ਨੂੰ ਵੀ ਧਾਰਨ ਕਰੋ। ਰਾਣੀ ਨੇ ਕਿਹਾ, 200 ਸੋਨੇ ਦੀਆਂ ਮੋਹਰਾਂ ਇਕੱਲੇ ਨੂੰ ਮਿਲ ਜਾਣਗੀਆਂ। ਪਰ ਸੱਚੋ ਸੱਚ ਇਹ ਦੱਸੋ, ਰਵਿਦਾਸ ਦੀ ਗੋਦ ਵਿੱਚ ਦੇਵਤੇ ਆਏ ਸਨ? ਕੀ ਇਹ ਸੱਚ ਹੈ? ਜਦੋਂ ਨਵਾਬ ਨੇ ਪ੍ਰੀਖਿਆ ਕੀਤੀ ਸੀ ਤੇ ਤੁਸਾਂ ਨੇ ਵਿਰੋਧ ਦਿੱਤਾ। ਪੰਡਤ ਬੋਲੇ, ਠੀਕ ਹੈ ਰਾਣੀ ਜੀ, ਸਾਰੀਆਂ ਗੱਲਾਂ ਸੱਚੀਆਂ ਹਨ। ਆਏ ਸਨ, ਦੇਵਤੇ ਆਏ ਸਨ।
ਰਾਣੀ ਨੇ ਕਿਹਾ, ਫਿਰ ਉਹ ਵੱਡਾ ਭਗਤ ਹੈ, ਕਿਸੇ ਨਾਲ ਈਰਖਾ ਨਹੀਂ ਕਰਦਾ। ਜਾਓ, ਦਾਨ ਮਿਲ ਜਾਂਦਾ ਹੈ। ਮੇਰਾ ਰਾਣਾ ਜਿੰਨੀ ਮੇਰੀ ਗੱਲ ਸੁਣ ਸਕਦਾ ਹੈ ਓਨੀ ਤੁਸਾਂ ਦੀ ਨਹੀਂ ਸੁਣਦਾ। ਮੇਰਾ ਪਤੀ ਹੈ, ਸੁਆਮੀ ਹੈ, ਹੰਕਾਰ ਨਹੀਂ ਕਰਦੀ। ਗੱਲ ਸੱਚੀ ਹੈ। ਭਗਤ ਦਾ ਰਾਖਾ ਭਗਵਾਨ ਹੈ, ਆਪਣੇ ਭਗਤਾਂ ਦੀ ਲਾਜ ਹਰ ਥਾਂ ਰੱਖਦਾ ਹੈ। ਉਸ ਵੇਲੇ ਪੰਡਤਾਂ ਨੂੰ ਪ੍ਰਤੱਖ ਰਵਿਦਾਸ ਜੀ ਦੇ ਦਰਸ਼ਨ ਹੋਏ। ਉਹਨਾਂ ਦਾ ਚਮਤਕਾਰੀ ਚਿਹਰਾ ਦੇਖ ਕੇ ਉਹ ਡਰ ਗਏ, ਝੂਠ ਨਾ ਬੋਲ ਸਕੇ। ਉਹਨਾਂ ਨੇ ਰਾਣਾ ਜੀ ਪਾਸੋਂ ਖਿਮਾ ਮੰਗ ਲਈ ਤੇ ਆਖਿਆ, ਅਸੀਂ ਮਾਇਆ ਦੇ ਭੁੱਖੇ ਹਾਂ। ਰਾਣੇ ਨੇ ਸਾਰਿਆਂ ਨੂੰ ਸੋਨਾ, ਨਕਦ, ਰੁਪਇਆ ਤੇ ਲੀੜਿਆਂ ਦੇ ਦਾਨ ਦਿੱਤੇ। ਉਹਨਾਂ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ ਤੇ ਰਾਣੀ ਝਾਲੀ ਬਾਈ ਕੋਲੋਂ ਭਗਤ ਰਵਿਦਾਸ ਜੀ ਦਾ ਜਸ ਸੁਣਿਆ। ਉਹਨਾਂ ਦੇ ਜੀਵਨ ਦੀਆਂ ਉਹ ਸਾਖੀਆਂ ਸੁਣਾਈਆਂ ਜੋ ਕਾਸ਼ੀ ਵਿੱਚੋਂ ਸੁਣ ਕੇ ਆਈ ਸੀ। ਰਾਣੀ ਝਾਲੀ ਨੇ ਰਾਣਾ ਸਾਹਿਬ ਨੂੰ ਪ੍ਰੇਰ ਕੇ ਰਵਿਦਾਸ ਜੀ ਦਾ ਸ਼ਰਧਾਲੂ ਬਣਾ ਦਿੱਤਾ। ਦੋਹਾਂ ਜੀਆਂ ਨੇ ਫੈਸਲਾ ਕਰਕੇ ਰਵਿਦਾਸ ਜੀ ਨੂੰ ਚਿਤੌੜ ਸੱਦਿਆ। ਪ੍ਰੇਮ ਤੇ ਭਗਤੀ ਦੇ ਖਿੱਚੇ ਹੋਏ ਰਵਿਦਾਸ ਜੀ ਸੁਨੇਹਾ ਮਿਲਦੇ ਸਾਰ ਚਿਤੌੜ ਨੂੰ ਤੁਰ ਪਏ। ਉਹਨਾਂ ਦੇ ਨਾਲ ਕਈ ਭਗਤ ਵੀ ਤੁਰੇ। ਰਾਹ ਵਿੱਚ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਭਗਤ ਰਵਿਦਾਸ ਜੀ ਚਿਤੌੜ ਪੁੱਜੇ। ਰਾਜ ਮਹਿਲ ਦਾ ਇੱਕ ਹਿੱਸਾ ਉਹਨਾਂ ਵਾਸਤੇ ਖਾਲੀ ਕਰ ਦਿੱਤਾ। ਪੂਜਾ ਦੀ ਸਮੱਗਰੀ ਮੰਗਵਾਈ ਗਈ ਤੇ ਭੰਡਾਰੇ ਖੋਲ੍ਹ ਦਿੱਤੇ। ਗਰੀਬ ਗੁਰਬੇ ਨੂੰ ਅੰਨ ਤੇ ਕੱਪੜਾ ਵੰਡਿਆ ਜਾਣ ਲੱਗਾ। ਭਗਤ ਜੀ ਦੇ ਰਾਜ ਮਹਿਲ ਪੁੱਜਣ ਤੇ ਰਾਣੀ ਨੇ ਸੰਤਾਂ, ਪੰਡਤਾਂ ਤੇ ਵਿਦਵਾਨਾਂ ਨੂੰ ਸੱਦ ਕੇ ਇੱਕ ਵੱਡਾ ਯੱਗ ਕਰਨਾ ਚਾਹਿਆ। ਰਾਣੀ ਦੀ ਸਲਾਹ ਅਮਲ ਵਿੱਚ ਆ ਗਈ। ਯੱਗ ਦਾ ਪ੍ਰਬੰਧ ਕੀਤਾ ਗਿਆ। ਸ਼ਹਿਰ ਵਿੱਚ ਪੰਡਤ, ਜੋਸ਼ੀ, ਵਿਦਵਾਨਾਂ ਤੇ ਸ਼ਹਿਰ ਤੇ ਪੰਤ ਵਤਿਆਂ ਨੂੰ ਯੱਗ ਵਿੱਚ ਬੈਠਣ ਤੇ ਪ੍ਰਸ਼ਾਦ ਛਕਣ ਦਾ ਨਿਉਂਦਾ ਦਿੱਤਾ ਗਿਆ। ਰਾਣਾ ਚਿਤੌੜ ਦਾ ਨਿਉਂਦਾ ਭਲਾ ਸ਼ਾਮਲ ਹੋਣ ਤੋਂ ਨਾ ਕੌਣ ਕਰੇ। ਯੱਗ ਵਾਲੇ ਦਿਨ ਸਭ ਇਕੱਠੇ ਹੋ ਗਏ। ਪੰਗਤਾਂ ਲੱਗ ਗਈਆਂ। ਜਦੋਂ ਪ੍ਰਸ਼ਾਦ ਵਰਤਾਉਣ ਲੱਗੇ ਤਾਂ ਦੋਹਾਂ ਸੰਤਾਂ ਦੇ ਪੰਗਤਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਕਿ ਰਵਿਦਾਸ ਪੰਗਤ ਵਿੱਚ ਕਿਉਂ ਬੈਠਦਾ ਹੈ। ਇਹ ਚਮਾਰ ਹੈ। ਅਸੀਂ ਧਰਮ ਭ੍ਰਿਸ਼ਟ ਨਹੀਂ ਕਰਵਾਵਾਂਗੇ। ਸਾਡੇ ਨਾਲ ਨਾ ਬੈਠੇ। ਅਸੀਂ ਉਸ ਉੱਚ ਕੁੱਲ ਦੇ ਵਿੱਚੋਂ ਹਾਂ। ਉਹਨਾਂ ਦੇ ਮਨ ਦਾ ਭਰਮ ਸੀ। ਸੰਤਾਂ ਦੇ ਇਹ ਕੋੜੇ ਬਚਨ ਰਵਿਦਾਸ ਜੀ ਨੇ ਵੀ ਸੁਣ ਲਏ, ਪਰ ਉਹ ਕ੍ਰੋਧਵਾਨ ਨਹੀਂ ਹੋਏ। ਬੈਠੇ ਮੁਸਕਰਾਉਂਦੇ ਰਹੇ। ਭਗਤੀ ਦੇ ਨਾਲ ਰਵਿਦਾਸ ਜੀ ਲੋਕਾਂ ਦਾ ਸੁਧਾਰ ਵੀ ਕਰਦੇ ਸਨ। ਉਹਨਾਂ ਨੇ ਰਾਣੀ ਨੂੰ ਕੋਲ ਸੱਦ ਕੇ ਕਿਹਾ, ਹੇ ਰਾਣੀ, ਇਹ ਉੱਚ ਬ੍ਰਾਹਮਣ ਹਨ, ਇਹਨਾਂ ਨੂੰ ਭੋਜਨ ਕਰਵਾਓ। ਅਸਾਂ ਦੀ ਕੋਈ ਗੱਲ ਨਹੀਂ, ਅਸੀਂ ਪਿੱਛੋਂ ਪ੍ਰਸ਼ਾਦ ਛਕ ਲਵਾਂਗੇ। ਐਸਾ ਬਚਨ ਸੁਣਦੇ ਹੀ ਰਾਣੀ ਝਾਲੀ ਬਾਈ ਵਿਆਕੁਲ ਹੋ ਉੱਠੀ। ਉਸਦੇ ਮਨ ਆਇਆ ਕਿ ਉਹ ਸਾਰਿਆਂ ਨੂੰ ਕੰਨੋਂ ਫੜ ਕੇ ਬਾਹਰ ਕੱਢ ਦੇਵੇ, ਪਰ ਭਗਤ ਜੀ ਨੇ ਸਮਝਾਇਆ। ਰਾਣਾ ਰਾਣੀ ਮਾਯੂਸ ਹੋ ਕੇ ਖਲੋ ਗਏ। ਆਖਰ ਰਾਣਾ ਨੇ ਪੰਗਤ ਵਿੱਚ ਜਾ ਕੇ ਪੰਡਤਾਂ ਨੂੰ ਆਖਿਆ, ਭੋਜਨ ਖਾਓ। ਤੁਸਾਂ ਦੀ ਗੱਲ ਮੰਨ ਲਈ। ਗੁਰਦੇਵ ਤੁਸਾਂ ਨਾਲ ਨਹੀਂ ਬੈਠਦੇ। ਮੂਰਖ ਜਾਤ ਦੇ ਅਭਿਮਾਨੀ ਪੰਡਤ ਲੱਗੇ ਭੋਜਨ ਕਰਨ। ਉਹ ਹੱਸਦੇ ਸਨ ਕਿ ਉਹਨਾਂ ਦੀ ਗੱਲ ਮੰਨੀ ਗਈ, ਪਰ ਉਹ ਐਸੇ ਮੂਰਖ ਸਨ, ਜੈਸੇ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਜਿਹੜੇ ਆਪਣੀ ਖੇ ਉਡਾ ਕੇ ਆਪਣੇ ਸਿਰ ਪਾਉਂਦੇ ਹਨ। ਮੂਰਖ ਆਖ ਤਾਂ ਬੈਠੇ, ਪਰ ਜਦੋਂ ਭਗਵਾਨ ਦਾ ਕੌਤਕ ਤੱਕਿਆ ਤਾਂ ਡਰ ਗਏ। ਕਈ ਸਮਝਦੇ ਸਨ। ਉਹਨਾਂ ਨੇ ਰੌਲਾ ਪਾ ਦਿੱਤਾ ਕਿ ਅਸਾਂ ਨਾਲ ਰਵਿਦਾਸ ਬੈਠੇ ਹਨ। ਵਰਤਾਵਿਆਂ ਨੇ ਹੱਸ ਕੇ ਆਖਿਆ, ਮਹਾਤਮਾ ਜੀ, ਪ੍ਰਸ਼ਾਦ ਛਕੋ, ਭਰਮ ਛੱਡੋ। ਡਰ ਤੇ ਵਹਿਮ ਦਾ ਕੋਈ ਇਲਾਜ ਨਹੀਂ, ਛਕੋ। ਪਰ ਉਹ ਡਰ ਗਏ। ਵੱਡੇ ਛੋਟੇ ਸਾਰੇ ਪੰਡਤ ਬੋਲ ਪਏ ਤੇ ਸਿਆਣਿਆਂ ਨੇ ਭਗਤੀ ਲੀਲਾ ਸਮਝੀ ਕਿ ਉਹਨਾਂ ਦਾ ਜਾਤ ਦਾ ਅਭਿਮਾਨ ਭਗਵਾਨ ਨੂੰ ਨਹੀਂ ਚੰਗਾ ਲੱਗਦਾ। ਇਹ ਕੌਤਕ ਭਗਵਾਨ ਦਾ ਹੈ। ਪੰਡਤ ਹਾਰ ਗਏ। ਉਹਨਾਂ ਨੇ ਰਾਣਾ ਜੀ ਅੱਗੇ ਬੇਨਤੀ ਕਰ ਦਿੱਤੀ, ਮਹਾਰਾਜ, ਸੱਦੋ ਭਗਤ ਜੀ ਨੂੰ। ਆਪ ਪੰਗਤ ਵਿੱਚ ਬੈਠਣ ਤਾਂ ਹੀ ਭੋਜਨ ਹੋਏਗਾ। ਅਸੀਂ ਸਾਰੇ ਭਗਵਾਨ ਭਗਤੀ ਦੇ ਪ੍ਰੇਮ ਭਾਵਨਾ ਦਾ ਭੁੱਖਾ ਹੈ, ਉਹ ਜਾਤ ਪਾਤ ਦਾ ਨਹੀਂ। ਭਗਤ ਰਵਿਦਾਸ ਨਾਲ ਬੈਠੇ ਤਾਂ ਸਾਰਿਆਂ ਨੇ ਭੋਜਨ ਛਕਿਆ। ਭੋਜਨ ਛਕਣ ਪਿੱਛੋਂ ਭਗਤ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ। ਭਗਤ ਰਵਿਦਾਸ ਜੀ ਦੀ ਅਗਲੀ ਸਾਖੀ ਦੇ ਵਿੱਚ ਆਪਾਂ ਪੜ੍ਹਾਂਗੇ ਕਿ ਕਿਵੇਂ ਉਹਨਾਂ ਨੇ ਠਾਕਰ ਨਦੀ ਵਿੱਚ ਰੋੜ ਦਿੱਤੇ ਸੀ। ਤਦ ਤੱਕ ਲਈ ਧੰਨਵਾਦ।